ਆਪਾਂ ਫਾਰਮੈਟ ਸਪੈਸੀਫਿਕੇਸ਼ਨ ਪੜ੍ਹ ਰਹੇ ਸੀਗੇ ਤਾਂ ਉਹਦੇ ਵਿੱਚ ਇੱਕ ਆਈ ਫਾਰਮੈਟ ਕਰ ਲਿੱਤਾ ਸੀਗਾ ਐਂਡ ਇੱਕ ਆਪਾਂ ਕੀਤਾ ਸੀ ਐਫ ਫਾਰਮੈਟ। ਉਸ ਤੋਂ ਬਾਅਦ ਵਿੱਚ ਹੁਣ ਆਪਾਂ ਕਰਦੇ ਹਾਂ ਈ ਫਾਰਮੈਟ। ਈ ਫਾਰਮੈਟ ਇਦੋਂ ਯੂਜ਼ ਕਰਦੇ ਹੋ ਐਫ ਵੀ ਫਲੋਟਿੰਗ ਪੁਆਇੰਟ ਲਈ ਆ, ਈ ਵੀ ਫਲੋਟਿੰਗ ਪੁਆਇੰਟ ਦੇ ਲਈ ਆ। ਲੇਕਿਨ ਜਿਵੇਂ ਆਪਾਂ ਦੋ ਤਰੀਕੇ ਨਾਲ ਫਲੋਟਿੰਗ ਪੁਆਇੰਟ ਲਿਖ ਸਕਦੇ ਹਾਂ, ਇੱਕ ਤੁਸੀਂ ਲਿਖ ਸਕਦੇ ਹੋ ਜਿਵੇਂ 14.3 ਲਿਖ ਸਕਦੇ ਹੋ, ਇੱਕ ਤੁਸੀਂ 1.43 ਇੰਟੂ 10⁻1 ਤੇ 10 ਐਕਸਪੋਨੈਂਟ ਫਾਰਮ 'ਚ ਅਗਰ ਲਿਖਣਾ ਦੈਨ ਆਪਾਂ ਈ ਫਾਰਮੈਟ ਦਾ ਯੂਜ਼ ਕਰਦੇ ਹਾਂ। ਅਗਰ ਕੋਈ ਨੰਬਰ ਬਹੁਤ ਵੱਡਾ ਵਾ ਫਿਰ ਆਪਾਂ ਨੂੰ 10⁻⁴ ਲਗਾਉਣਾ ਪਏਗਾ, ਜਾਂ ਕੋਈ ਨੰਬਰ ਬਹੁਤ ਛੋਟਾ 0.000198 ਤਾਂ ਇੰਨਾ ਵੱਡਾ ਨੰਬਰ ਨਹੀਂ ਨਾ ਲਿਖਾਂਗੇ, ਆਪਾਂ ਨੂੰ ਐਕਸਪੋਨੈਂਟ ਫਾਰਮ 'ਚ ਲਿਖਦੇ ਹਾਂ। ਸੋ ਐਕਸਪੋਨੈਂਟ ਫਾਰਮ ਦੇ ਵਿੱਚ ਆਪਾਂ ਲਿਖਣਾ ਹੋਵੇ ਤਾਂ ਈ ਫਾਰਮੈਟ ਦਾ ਯੂਜ਼ ਕਰਦੇ ਹਾਂ। ਲਿਖਣ ਦਾ ਤਰੀਕਾ ਉਹੀ ਹੈ ਜਿਵੇਂ ਐਫ ਦੇ ਵਿੱਚ ਹੈ, ਇੱਥੇ ਐਫ ਲਿਖਦੇ ਹੋ W.D। W ਹੁੰਦੀ ਹੈ ਵਿਰਥ ਤੇ ਇਹ ਵਾਲੀ ਡੈਸੀਮਲ, ਇਹਦੇ ਵਿੱਚ ਵੀ ਇੱਦਾਂ ਹੀ ਆ EW.D। ਇਹ 'ਚ W ਤੇ D ਦੇ ਮਤਲਬ ਅਲੱਗ-ਅਲੱਗ ਆ। W ਜਿਹੜਾ ਵਾ ਉਹ ਟੋਟਲ ਵਿਰਥ ਲੈਂਦੇ ਆਪਾਂ। ਸਭ ਤੋਂ ਪਹਿਲਾਂ ਤੁਸੀਂ ਨੰਬਰ ਨੂੰ ਲਿਖ ਦਿਓ ਐਕਸਪੋਨੈਂਟ ਫਾਰਮ ਦੇ ਵਿੱਚ। ਸਪੋਜ਼ ਮੇਰੇ ਕੋਲ ਕੋਈ ਨੰਬਰ ਹੈਗਾ ਵਾ, ਉਹਨੂੰ ਮੈਂ ਐਕਸਪੋਨੈਂਟ ਫਾਰਮ 'ਚ ਲਿਖ ਲਿੱਤਾ, ਇਹ ਬਣ ਗਿਆ ਨੰਬਰ, ਠੀਕ ਹੈ, -0.589178E-10। ਤਾਂ ਇਹਦੀ ਟੋਟਲ ਵਿਰਥ ਦੇਖ ਲਓ ਕਿੰਨੀ ਆ, ਉਹਦੇ ਵਿੱਚ ਤੁਸੀਂ ਮੈਂਟੀਸਾ ਵੀ ਇਨਕਲੂਡ ਕਰਨਾ ਵਾ ਤੇ ਐਕਸਪੋਨੈਂਟ ਵੀ ਇਨਕਲੂਡ ਕਰਨਾ ਵਾ, ਠੀਕ ਹੈ। ਤਾਂ ਇਹਦੇ ਤੁਸੀਂ ਟੋਟਲ ਵਿਰਥ ਇਨਕਲੂਡਿੰਗ ਮੈਂਟੀਸਾ ਐਂਡ ਲੈਟਰ ਈ ਐਂਡ ਐਕਸਪੋਨੈਂਟ। ਤੇ ਡੀ ਕੀ ਲੈਣੀ ਹੈ ਤੁਸੀਂ, ਡੈਸੀਮਲ ਵਿਰਥ ਆਫ ਮੈਂਟੀਸਾ ਓਨਲੀ, ਮਤਲਬ ਕਿ ਮੈਂਟੀਸਾ ਇਹਨੂੰ ਪਾਰਟ ਨੂੰ ਬੋਲਦੇ ਹੋ। ਕਿਸੇ ਵੀ ਅਗਰ ਮੈਂ ਨੰਬਰ ਲਿਖਦੀ ਪਈ 0.589178 ਇੰਟੂ 10⁻⁻14, ਦਿਸ ਇਜ਼ ਐਕਸਪੋਨੈਂਟ ਪਾਰਟ ਐਂਡ ਦਿਸ ਇਜ਼ ਮੈਂਟੀਸਾ। ਐਕਸਪੋਨੈਂਟ ਐਕਚੁਅਲੀ -14 ਨੂੰ ਹੀ ਬੋਲਾਂਗੇ ਆਪਾਂ। ਤਾਂ ਤੁਸੀਂ ਇੱਕ ਤਾਂ ਮੈਂਟੀਸਾ ਦੀ ਲੈਣੀ ਸਪੇਸ, ਮੈਂਟੀਸਾ ਦੀ ਸਪੇਸ ਦੇਖੋ ਕਿੰਨੀ ਆ, 1 2 3 4 5 6, ਠੀਕ ਹੈ। 6 ਆਪਣੇ ਕੋਲ ਜਿਹੜੀ ਆ ਉਹ ਡੈਸੀਮਲ ਵਿਰਥ ਲੈਣੀ ਆ, ਮਤਲਬ ਪੁਆਇੰਟਸ ਤੋਂ ਬਾਅਦ ਵਾਲੀ ਹੀ ਲੈਣੀ ਆ ਤੁਸੀਂ ਸਿਰਫ। ਤਾਂ ਪੁਆਇੰਟਸ ਤੋਂ ਬਾਅਦ ਵਾਲੀ ਮੇਰੇ ਕੋਲ ਡੈਸੀਮਲ ਵਿਰਥ ਕਿੰਨੀ ਹੋ ਜਾਏਗੀ 6। ਟੋਟਲ ਵਿਰਥ ਕਿੰਨੀ ਆ 1 2 3 4 5 6 7 8 9 10 11 12 13, ਪੁਆਇੰਟ ਨੂੰ ਵੀ ਇਨਕਲੂਡ ਕੀਤਾ ਹੋਇਆ 13। ਸੋ ਆਪਣੇ ਕੋਲ ਇੱਕ ਲੈਣੀ ਹੈ ਤੁਸੀਂ ਟੋਟਲ ਵਿਰਥ, ਇੱਕ ਤੁਸੀਂ ਲੈਣੀ ਹੈ ਡੈਸੀਮਲ ਵਿਰਥ ਆਫ ਮੈਂਟੀਸਾ, ਠੀਕ ਹੈ। ਸੋ 13.6 ਬਣ ਜਾਏਗੀ, ਸਿਰਫ ਇਹਦੀ ਡੈਸੀਮਲ ਵਿਰਥ ਲੈਣੀ, ਹੋਰ ਕੋਈ ਵਿਰਥ ਨਹੀਂ ਲੈਣੀ ਹੈਗੀ। ਸੋ ਇਹਨੇ ਪ੍ਰਿੰਟ ਕੀਤਾ ਸਪੋਜ਼ ਆਹ ਵਾਲੀ ਵੈਲਿਊ, ਜੇ ਮੈਂ ਇੰਨੀ -1.5 E ਮਾਈਨਸ ਇੱਦਾਂ ਦੋ ਨੰਬਰਸ ਲਏ ਹੋਏ, ਇੱਕ ਇਹ ਵਾਲਾ ਨੰਬਰ ਹੈ, ਇੱਕ ਇਹ ਵਾਲਾ ਨੰਬਰ ਆ, -1 ਤੱਕ ਇੱਕ ਨੰਬਰ e⁻⁻1, ਠੀਕ ਹੈ। ਔਰ ਦੂਸਰਾ ਨੰਬਰ ਉਹਨੇ ਕੀ ਲਿਆ ਹੋਇਆ ਵਾ 38.75 E4, ਇਹ ਵਾਲਾ ਲਿਆ। ਤਾਂ 1 ਤੋਂ ਲੈ ਕੇ 8 -13 ਤੱਕ ਲਿਆ ਹੋਇਆ ਉਹਨੇ, ਆਹ ਚੀਜ਼ ਇਹਦੇ 'ਚ ਇਨਕਲੂਡ ਕੀਤੀ ਹੋਈ ਆ। ਜੋ ਕੋਈ ਹੁਣ ਤੁਸੀਂ ਸਪੇਸ ਨਹੀਂ ਨਾ ਦਿੱਤੀ ਤਾਂ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਦੋ ਨੰਬਰ ਕਿਸ ਤਰ੍ਹਾਂ ਦਿੱਤੇ ਹੋਏ ਆ, ਤਾਂ ਉਹਨੇ ਇਸ ਤਰ੍ਹਾਂ ਲਿਖ ਲਿੱਤੇ, 13 ਤੱਕ ਲਿਆ ਹੋਇਆ ਇਹ ਵਾਲਾ ਨੰਬਰ। ਇਸੇ ਕਰਕੇ ਜਦੋਂ ਤੁਸੀਂ ਆਪ ਲਿਖਣਾ ਨਾ, ਆਪਾਂ ਹਮੇਸ਼ਾ ਇੱਕ ਫਾਲਤੂ ਜਗ੍ਹਾ ਲੈਣੀ ਆ ਤਾਂ ਜੋ ਸਪੇਸ ਆਵੇ ਉਹਦੇ ਵਿੱਚ। ਸੋ 1 ਤੋਂ ਲੈ ਕੇ 8 ਕਾਲਮ, ਇਹ ਤਾਂ ਮੈਂ ਐਗਜ਼ਾਮਪਲ ਲਈ ਹੀ ਨਾ, ਉਹਨੇ ਲਿਖ ਦਿੱਤਾ ਕਿ 1 to 8 ਕਾਲਮ ਤੱਕ ਆਪਣੇ ਕੋਲ ਇਹ ਨੰਬਰ ਆ, 9 ਤੋਂ ਲੈ ਕੇ ਇਹ ਵਾਲਾ ਲਿਖਣਾ ਤੁਸੀਂ। ਜੇ ਤੁਸੀਂ ਇਸ ਤਰ੍ਹਾਂ ਲਿਖਣਾ ਵਾ ਤਾਂ ਤੁਸੀਂ ਇਸ ਨੰਬਰ ਦੀ ਵਿਰਥ ਦੇਖੋ ਕਿੰਨੀ ਲਓਗੇ। ਸਭ ਤੋਂ ਪਹਿਲਾਂ ਟੋਟਲ ਦੇਖਣੀ ਆ, 1 2.3 5 ਦੀ 4 5 6 7 8, ਟੋਟਲ 8 ਆ। ਔਰ ਫਿਰ ਤੁਸੀਂ ਕੀ ਲੈਣੀ ਆ, ਜਿਹੜਾ ਇਹ ਨੰਬਰ ਹੈ ਇਹਦੇ ਪੁਆਇੰਟ ਤੋਂ ਬਾਅਦ ਕਿੰਨੀ ਆ, ਕਿੰਨੀ ਪੁਆਇੰਟ ਤੋਂ ਬਾਅਦ ਓਨਲੀ 1, ਸੋ 8.1 ਹੋ ਜਾਏਗੀ। ਇਸੇ ਤਰ੍ਹਾਂ ਅਗਲਾ ਨੰਬਰ ਹੈਗਾ ਵਾ, ਇਹਦੇ 'ਚ ਪੁਆਇੰਟ ਤੋਂ ਬਾਅਦ ਕਿੰਨੀਆਂ ਵਾ 2, ਤਾਂ 0.2 ਹੋ ਜਾਏਗੀ। ਟੋਟਲ ਗਿਣ ਲਓ 1 2 3 4 5 6, 6.2 ਹੋ ਜਾਏਗੀ। ਇਸੇ ਤਰ੍ਹਾਂ ਇੱਕ ਦੋ ਹੋਰ ਐਗਜ਼ਾਮਪਲ ਦਿੱਤੀਆਂ ਹੋਈਆਂ। ਜੇ ਸੇਮ ਹੀ ਆ ਜਾਏ ਜਿਵੇਂ ਆ 9.2 9.2, ਤੁਸੀਂ ਇਹਨੂੰ 2 ਟਾਈਮਸ E9.2 ਵੀ ਲਿਖ ਸਕਦੇ ਹੋ, ਜਾਂ ਫਿਰ E9.2 ਕੋਮਾ, ਦੋਨੋਂ ਫਾਰਮੈਟ ਸਹੀ ਹੋਣਗੇ, ਲਿਖਣ ਦੇ ਦੋਨੋਂ ਤਰੀਕੇ ਜਿਹੜੇ ਆ ਸਹੀ ਆ। ਉਸ ਤੋਂ ਬਾਅਦ ਵਿੱਚ ਤੁਸੀਂ ਨੈਕਸਟ ਆ ਜਾਓ ਅਗਲੇ ਫਾਰਮੈਟ ਤੇ, ਦੈਟ ਇਜ਼ ਐਕਸ ਫਾਰਮੈਟ। ਐਕਸ ਫਾਰਮੈਟ ਯੂਜ਼ ਕਰਦੇ ਤੁਸੀਂ ਸਪੇਸ ਦੇ ਲਈ, ਕਾਲਮ ਸਕਿਪ ਕਰਨ ਦੇ ਲਈ। ਜੇ ਤੁਸੀਂ NX ਇਹਦਾ ਫਾਰਮੈਟ ਯੂਜ਼ ਕਰਦੇ ਹੋ N/X, ਇਹਨੂੰ ਮਤਲਬ ਕਿੰਨੇ ਕਾਲਮ ਸਕਿਪ ਕਰਨੇ ਆ, ਇਸੇ ਕਰਕੇ ਯੂਜ਼ ਕਰਦੇ ਨਾ ਆਪਾਂ। ਜਿਵੇਂ E3 ਆ ਤਾਂ ਇੱਕ ਮੈਨੂੰ ਸਪੇਸ ਦੇਣੀ ਵਿੱਚ, ਤਾਂ ਆਪਾਂ ਇਹ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਐਕਸ ਵਾਲਾ, ਕਿਉਂਕਿ ਇਹਦੀ ਅਲੱਗ ਗਿਣ ਲਓ, ਇਹਦਾ ਅਲੱਗ ਗਿਣ ਲਓ, ਵਿੱਚ ਜਿੰਨੀ ਤੁਸੀਂ ਜਗ੍ਹਾ ਦੇਣੀ ਚਾਹੁੰਦੇ ਹੋ ਉਹਦੀ ਅਲੱਗ ਗਿਣ ਲਓ। ਤਾਂ ਆਪਾਂ ਐਕਸ ਦੇਣਾ ਹੀ ਦੇਣਾ ਹਰ ਵਾਰੀ 2 ਵਿੱਚ,
ठीक है, ਤਾਂ जो कोई इशू ना क्रिएट होवे। ਤਾਂ ਤੁਸੀਂ इन्होंने जिवें किया 1 2 3 I3 हो गया ये वाला, फिर स्पेस कितनी है 1 2 3, 3 कॉलम की स्पेस दी तो 3x लिख दिता, कॉमा फिर 1 2 3 4 I4 फॉर्मेट फॉलो कर लेता। सो जिन्नियां स्पेस देनियां उन्ना अगे n लगा लो, x मीनस की है उन्हें कॉलम जिहड़े वो स्किप कर जाएगा। ਤੁਸੀਂ ਅੱਗੇ ਵੀ ਲਗਾ ਸਕਦੇ ਹੋ, ਕਾਫੀ ਸਾਰੇ ਕੁਐਸਚਨ ਦੇ ਵਿੱਚ ਆਪਾਂ ਅੱਗੇ ਵੀ ਯੂਜ਼ ਕਰਾਂਗੇ, ਸਪੈਸ਼ਲੀ ਉਹਨਾਂ ਸਟੇਟਮੈਂਟ 'ਚ ਯੂਜ਼ ਕਰਾਂਗੇ ਜਦੋਂ ਆਪਾਂ ਫਾਰਮੈਟ ਦੇ ਵਿੱਚ ਜਦੋਂ ਆਪਾਂ ਪ੍ਰਿੰਟ ਕਰਾਣੀ। ਤੁਹਾਨੂੰ ਮੈਂ ਕਿਹਾ ਸੀ ਪ੍ਰਿੰਟ ਦੇ ਵਿੱਚ ਇੱਕ ਫਾਲਤੂ ਲੈਣੇ ਆਪਾਂ, ਤਾਂ ਜੋ ਤੁਸੀਂ ਪ੍ਰਿੰਟ ਕਰਵਾਣੀ ਆ ਤਾਂ ਉਹਦੇ 'ਚ ਇੱਕ ਤੁਸੀਂ ਫਾਲਤੂ ਲੈਣੀ ਆ, ਤਾਂ ਇਹਦਾ ਬੈਟਰ ਇਹ ਹੁੰਦਾ ਕਿ ਅੱਗੇ ਸਪੇਸ ਦੇ ਦਿਓ। 8x ਨਹੀਂ ਦਿੰਦੇ ਆਪਾਂ, x 1x तक दे दें या 2x दे सकते हो, इन्होंने ज़्यादा दी हुई है वो तो फिर इन्होंने प्रिंट उस हिसाब नाल कराया ना। 7x एक नंबर लिया हुआ वा, 7x I4 फिर हैगा F वाला, फिर 2x फिर 13, इनू प्रिंट इत्थे कराया। तो सब तो पहली तुहाडे कोल हैगी आ 7x, तो 7 स्पेस देते 1 2 3 4 5 6, ठीक है। 6 क्यों आईयां, क्योंकि तुसी प्रिंट करांदे पे, प्रिंट दे विच तुहानूं की किहा सी एक कैरीज कंट्रोल हुंदा ही है, हम 6 आ रही है तो स्पेस इनू काउंट करो तो एक कैरीज कंट्रोल हुंदा ही है। तो 7वीं जिहड़ी ब्लैंक स्पेस वो कैरीज कंट्रोल ने खत्म कर देनी, एक हमेशा जिहड़ी स्पेस वो खाली चली जाती। जिन्ना भी तुसी इत्थे दोगे, जे तुसी इत्थों इन्ने करन दे सीधा I4 कर देना तो इन्हें 3 ही प्रिंट कराने सी नंबर, 4 नहीं कराने सीगे, तो इन्हें +8 3 प्रिंट करा देना सी, 0 नहीं प्रिंट करवाना सीगा। सो इस करके जिहड़ी प्रिंट स्टेटमेंट जिन्ना तुसी नंबर दोगे एक हमेशा स्पेस घट ही आनी है, तो 6 दूगा है स्पेस अगे। फिर I4 मतलब 4 का इंटीजर 1 2 3 4 वाला दे दिता। उस तो बाद विच हुंदा हैगा F 8.2, मतलब टोटल 8 होने चाहिए, 0.2 डेसीमल तो बाद है। 1 2 3 4 5 6 7 1 2 3 4 5 6 7 8 अपने को ये हो गए। फिर 0.2 सीगा तो उन्होंने ये पता लगा कि 2 डेसीमल देनी है, तो उन्होंने ये भी पता लगा कि पॉइंट मैं इस जगह तो यूज़ करना, ठीक है। इस तो बाद विच फिर उन्हें लिखा 2x, तो 2 कॉलम खाली छड़ देते। फिर I3 मतलब 3 अपने को लाने हैं, 1 2 3, एक उन्हें खाली हो स्पेस छोड़ दी, वैसे वो इदा स्पेस आती नहीं हैगी जे आप ना दईए तो I3 इस तरह ये नहीं आना सीगा, इत्थे कॉलम गलती की उन्हें। तो कैरीज कंट्रोल बोलते इस चीज़ में, जो अपने को एक हमेशा लॉस हो जाता एक स्पेस का, दैट इज़ कैरी कंट्रोल। कैरीज कंट्रोल की वजह करके लॉस होंदा अपने को। लॉस ऑफ 1 लीडिंग स्पेस इज़ ओनली इन केस ऑफ आउटपुट फॉर्मेट स्टेटमेंट। ओनली आउटपुट स्टेटमेंट जो होंदा, होर किसी च नहीं होंदा है। इस तो बाद विच उन्हें 1 2 होर एग्जाम्पल दित्ते हुई, मिक्स दित्तियां हुई सारियां, F दी भी 2x दी, इस तरह मिक्स दित्तियां हुई। सो एक एग्जाम्पल होर दी हुई है, तुसीं करके देख लियो। नैक्सट हैगी स्लैश फॉर्मेट, आपां कीते आ I फॉर्मेट, दैन उस तो बाद विच F, फिर E, फिर X, हुण आपां करदे स्लैश। ये 10 नंबर तक का क्वेश्चन आ जाता, कई बार सीधा फॉर्मेट स्पैसीफिकेशन का बहुत बारी आया भी होया। स्लैश फॉर्मेट का की काम हैगा वा, अगर मैं एक लाइन स्किप करनी है, मान लो मैं इत्थे एक वैल्यू प्रिंट कराई, अगली वैल्यू मैं अगली लाइन च प्रिंट कराना चाहनी हाँ, ठीक है। सो सपोज तुसी एक x इक्वल टू प्रिंट करवाना, एक y इक्वल टू प्रिंट कराना, तो दोनों तुसी इक्को लाइन च नहीं प्रिंट करना, अलग अलग लाइनां च प्रिंट करना चाहते हो। वैसे भी इदां ही प्रिंटिंग हुंदी होवे सॉफ्टवेयर दे विच तां अच्छी लगदी है, तो आपां की करना स्लैश यूज़ कर लैनी। और स्लैश किद्दां यूज़ करदे, जिवें x यूज़ करदे तो कॉमा पा के यूज़ करदे। स्लैश तुसी एक नंबर लिखिया, जिहदे तो बाद जो तुसी पानी है तो स्लैश पा दो, तो वो की करेगा एक लाइन स्किप कर जाएगा। 1x का मतलब एक स्पेस छोड़ती, 3 टाइम्स F 14.3, तो की करेगा प्रिंट करेगा, फिर लाइन आ जाएगी, 3 नंबर प्रिंट करेगा, F 14.3 नाल की देगा उन्होंने ब्लैंक स्पेस देगा। उस तो बाद विच फिर एक स्पेस आएगी, एक कॉलम की स्पेस आएगी, फिर अगली वैल्यू प्रिंट होएगी। जे तुसी ज़्यादा स्लैश देना चाहते हो तो फिर कट्ठियां स्लैश पा दो, 1 2 3। जो तुसी ज़्यादा पानी है फिर आप कॉमा पा के भी यूज़ कर सकते हैं, तो ये नाल वो 3 लाइनां जड़ियां ने वो स्किप कर देगा। एग्जाम्पल दी हुई उन्हें 3x का मतलब 3 स्पेस आएंगे। सब तो पहला क्या है कि फर्स्ट लाइन च 3 तुहाडे कोल स्पेस आ जाएगियां, फिर I3 प्रिंट होएगा। सो 1 2 ब्लैंक स्पेस आ गई, फिर की करेगा I3
I3 प्रिंट कर दिता। फिर 1 2 3 1 लाइन छोड़ देगा, 2 लाइन छोड़ देगा, 3 लाइन छोड़ देगा। फिर उस तो बाद 1x अगली लाइन एक स्पेस छोड़ देगा। तो F10 पॉइंट जोड़ा नंबर होएगा वो 10 स्पेस जी यूज़ कर लेगा। सो इस तरह ये प्रिंट करवाना वैल्यू। नैक्सट फॉर्मेट हैगा ए फॉर्मेट। ए फॉर्मेट तुसी यूज़ करते हो डाटा जो तुसी करैक्टर डाटा लेना होंदा। सपोज मैं किस दा नाम लिखना वा तो जिवें आपां करैक्टर किते सीगे उस तरह ही ये आपां यूज़ करते हैं। जे मैनू किसी दा नेम लिखना कोई करैक्टर लिखना वा तो आपां ये यूज़ करते हैं। तो उहदे लई तुसी की फॉर्मेट यूज़ करते हो AW। तो सब तो पहले तुसी करैक्टर स्टेटमेंट लिखनी सी जिवें उहदे च इंटीजर स्टेटमेंट लिखते हो। इंटीजर ना भी लिखोगे चल जाता वा क्योंकि आई तो लैके आपां नूं पता IJKL वाले जिहड़े इंटीजर हुंदे या दूजे नहीं हुंदे हैगे वो भी चल जाते थोड़ा उस हिसाब नाल। पर करैक्टर लिए पक्का ही लिखना पएगा करैक्टर N*5 उहदा आपां असाइन करता डिक्लेयर कर दिता। फिर N = कोट्स दे विच लिखदे हैं भी आपां डिस्कस किया सीगा उहदा नाम लिख दो किसी चीज़ का। जो इहदा फॉर्मेट स्पैसीफिकेशन करनी है तो 1x, A नाल तुसी इत्थे AW लिख सकते हो। विर्थ कितनी है 1 2 3 4 5 तो विर्थ दे सकते हो। जे नहीं दोगे तो जिन्नी उहदी विर्थ होएगी उन्नी उहदी स्पेस ले लेगा, ना दोगे तो भी चल जाता। मीनस जे तुसी दिने हो तो उन्नी करैक्टर लेगा। सपोज मैं A3 लिखता तो वह सिर्फ ANT ही प्रिंट करेगा, होर नहीं कुछ भी प्रिंट करेगा। अब बिच 2 छोड़ देगा, या मैं A5 लिखा या मैं कुछ भी ना लिखा A। सो ए फॉर्मेट करैक्टर नूं प्रिंट करने लिए यूज़ करते हैं। फिर टी फॉर्मेट आप यूज़ करते हैं TN जिवें तुसीं करते हो टैब फंक्शन। जिहड़ा कंप्यूटर ते तुसीं कदे प्रेस करके देखो ना कीबोर्ड के उपर तो एक टैब बटन हुंदा। तो टैब की करदा, मान लो मैं इत्थे टाइप करदी पई हां तो टैब की है थोड़ी वध स्पेस छोड़ दिंदा। जे नॉर्मल स्पेस करदे तो 1 पॉइंट सी 1 कॉलम दी आंदी है। जे मैं टैब करदी हाँ तो 5-6 कॉलम जिहड़े वो छुट जाते हैं, फिक्स हुंदे उहदे जिन्ने भी कॉलम हुंदे आ। तो टैब का भी काम उही आ कि ज़्यादा जगह छोड़नी होवे। मतलब मैं 5x लगाने की बजाय T वाली भी लगा सकती हूँ, टैब भी मैं यूज़ कर सकती हूँ। उहदे नाल की होएगा कि इकट्ठे अपने को ज़्यादा स्पेस आ जाएगी। N जो TN X वर्गा ही काम आएगा टैब फंक्शन का। TN लिखो, N जिहड़ा वो कॉलम जिहड़े आ वो दसेगा। T format is similar to tab function used in the format is TN and specify column from which output must start। कित्थों स्टार्ट करनी है TN इच T जो 10 अपन ये नहीं दसदा पे है कि 10 स्पेस छोड़ो। ਇਹਦਾ मतलब ये दसिया कि 10वें कॉलम तो आउटपुट शुरू करनी है, उस तो पहला वाली नहीं लैनिया। सपोज मैं ए वाली लै रही हाँ 1x, तो 1x की करेगा सब तो पहला जो मेरी आउटपुट स्टेटमेंट है तो 1x तो खत्म ही हो गया, स्पेस दिख रहा है ना। 1x की करेगा स्पेस ही नहीं लेगा। जो 2x होंगी तो 1 स्पेस आना, जो 3x होंगी तो 2 स्पेस आने से, क्योंकि मेरी आउटपुट स्टेटमेंट है ये। तो 1x तो कुछ नहीं आई नहीं स्पेस। फिर क्या होगा I5 1 2 3 4 5 5 जोड़े I5 आ गए। फिर T10 की करेगा 5 ये 6 7 8 9 10वें कॉलम तो अगली वैल्यू लिखेगा, 10th कॉलम तो अगली वैल्यू लिखनी शुरू करेगा। मतलब ये दसदा कि कितनी स्पेस तो बाद तुसीं लिखना वा। ये नहीं कि 10 ने स्पेस छोड़ती हैं। जिवें X5 का काम की सीगा 5 स्पेस छोड़ने आ। जे T5 लिखोगे तो क्या करेगा कि अगली जी आउटपुट है 5वें कॉलम तो शुरू करेगा। सो ये टैब का काम होंदा वा T फॉर्मेट का जोड़ा काम है। जिवें इत्थे इन्हें दित्ती भी हुई है कि 5 लिखे आपे स्पेस जो 10वां कॉलम बनया उतों ने स्टार्ट कर देना। फिर ये अगला हैगा कोट फॉर्मेट। कोट फॉर्मेट जो अपना लास्ट है ये वाला कोट, जिवें आप कोटेशन लिखते या कुछ भी लाइन स्ट्रिंग लिखनी आ। अगर तुसीं स्ट्रिंग लिखना चाहते हो तो उन्होंने तुसीं पिछे आप किया सीगा कि एक करैक्टर लिखना वा। ये भी उही चीज़ ही आ, पर ये अपने कोल हैलो सर वेलकम तो वो आप स्पेस वगैरह भी दे सकते हैं, करैक्टर च भी दे सकते हो स्पेस। ऑलमोस्ट सेम ही काम है, कोई ज़्यादा फर्क नहीं हैगा। जो तुसीं इदा प्रिंट कराना चाहते हो कोट स्टेटमेंट का ये काम आ। जिवें ये जो तुसीं करैक्टर देना तुसीं लिखोगे 1x तो इत्थे फॉर्मेट दोगे A। तो फिर A की होएगा उपर किते दसिया होएगा कि A जिहड़ा वा वो तुसीं किद्दां दा नंबर लेना। लेकिन जिहड़े कोट स्टेटमेंट आ फॉर्मेट दे अंदर ही यूज़ हो जाती है। वो किस तरह यूज़ होंदी है कि आपां सीधा डायरैक्ट उहदे अंदर ही लिख दिंदे आ। ये चीज़ सीधी डायरैक्ट प्रिंट हो जाएगी, मैनूं इहदे बारे दसना नहीं पेगा कि उहदी विर्थ कितनी आ जां की चीज़ हैगी आ। दैन
ਇਹਨੂੰ ਤੁਸੀਂ ਫਾਰਮੈਟ ਦੇ ਅੰਦਰ ਯੂਜ਼ ਕਰ ਸਕਦੇ ਹੋ, ਇੱਥੇ ਕੋਈ ਸਪੈਸੀਫਿਕੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਸਪੋਜ਼ ਮੈਨੂੰ ਕਿਸੇ ਫੰਕਸ਼ਨ ਦਾ ਰੇਡੀਅਸ ਤੇ ਏਰੀਆ ਨਿਕਾਲਣਾ, ਤਾਂ ਜੇ ਮੈਂ ਸਿੱਧਾ ਹੀ ਯੂਜ਼ ਕਰਦੀ ਪਈ ਹਾਂ 1x f7.5, ਤਾਂ ਤੁਸੀਂ ਦੇਖਿਆ ਹੋਗਾ ਕਿ ਆਊਟਪੁੱਟ ਜਿਹੜੀ ਉਹ ਕਿਸ ਤਰ੍ਹਾਂ ਦੀ ਆਉਂਦੀ ਪਈ, ਇਸ ਤਰ੍ਹਾਂ ਦੀ ਆਉਂਦੀ ਪਈ ਆ। ਤਾਂ ਮੈਨੂੰ ਕੀ ਪਤਾ ਲੱਗੇਗਾ ਜਿਹੜਾ ਪ੍ਰਿੰਟ ਆਊਟ ਲੈਣ ਵਾਲਾ ਕਿ ਕੀ ਕੱਢਿਆ। ਸਪੋਜ਼ ਮੈਂ ਤੁਹਾਨੂੰ ਪੇਪਰ 'ਚ ਪ੍ਰੋਗਰਾਮ ਕਰਨ ਨੂੰ ਦੇ ਦਿੱਤਾ, ਤੁਸੀਂ ਵੈਲਿਊਜ਼ ਨਿਕਾਲ ਲਿੱਤੀਆਂ, ਸੋ ਇਹ ਵੈਲਿਊਜ਼ ਕਿਹਦੀਆਂ ਆਈਆਂ, ਪਹਿਲਾਂ ਮੈਂ ਚੈੱਕ ਕਰੂੰਗੀ ਤੁਹਾਡਾ ਪ੍ਰੋਗਰਾਮ ਜਾ ਕੇ ਕਿ ਤੁਸੀਂ ਕੀ ਪ੍ਰੋਗਰਾਮ ਲਗਾਇਆ। ਨਹੀਂ ਤਾਂ ਤੁਹਾਡਾ ਪ੍ਰੋਗਰਾਮ ਇੱਦਾਂ ਦਾ ਹੋਣਾ ਚਾਹੀਦਾ ਕਿ ਪਤਾ ਲੱਗ ਜਾਏ ਕਿ ਇਹ ਰੇਡੀਅਸ ਆ, ਇਹ ਸਰਕਮਫਰੈਂਸ ਆ, ਇਹ ਕੀ ਚੀਜ਼ ਹੈਗੀ ਆ। ਸੋ ਉਹਦੇ ਲਈ ਤੁਸੀਂ ਕੀ ਕਰਦੇ ਹੋ, ਕੋਡ ਸਟਿਕ ਫਾਰਮੈਟ ਦਾ ਯੂਜ਼ ਕਰਦੇ ਹੋ। ਇਹ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਯੂਜ਼ ਕਰਦੇ ਹੀ ਕਰਦੇ ਹਾਂ। ਕੀ ਕਰਨਾ ਤੁਸੀਂ ਕਿ ਸਪੋਜ਼ ਇਹ ਰੇਡੀਅਸ ਨਿਕਾਲਣਾ, ਰੇਡੀਅਸ ਤੁਸੀਂ 7.2 ਲਈ ਫਾਰਮੈਟ ਲਈ ਯੂਜ਼ ਕਰਦੇ ਪਏ ਉਹਦੇ ਲਈ, ਤਾਂ ਕੀ ਕਰੋ ਉਸ ਤੋਂ ਪਹਿਲਾਂ ਲਿਖ ਦਿਓ ਕੋਡ ਦੇ ਵਿੱਚ ਰੇਡੀਅਸ ਇਕੁਅਲ ਟੂ, ਤਾਂ ਆਊਟਪੁੱਟ ਕੀ ਹੋਏਗੀ, ਰੇਡੀਅਸ ਇਕੁਅਲ ਟੂ ਇੱਥੇ ਉਹ 7.2 ਜਿਹੜੀ ਸਪੇਸ ਆ ਉਹ ਦੇ ਦੇਗਾ। ਇਸ ਤਰ੍ਹਾਂ ਹੀ ਫਿਰ ਮੈਂ ਸਪੇਸ ਪਾਤੀ 5x ਦਾ ਮਤਲਬ 5 ਸਪੇਸ, ਇਹਨੇ ਗਲਤ ਪ੍ਰਿੰਟ ਕੀਤਾ ਹੋਇਆ, ਇੱਥੇ ਆਉਣਾ ਸੀ 1 2 3 4 5 ਸਪੇਸ ਆਈਆਂ। ਫਿਰ ਉਸ ਤੋਂ ਬਾਅਦ 'ਚੋਂ ਏਰੀਆ ਇੱਦਾਂ ਹੀ ਪ੍ਰਿੰਟ ਕਰ ਦੇਗਾ। ਡਾਇਰੈਕਟ ਪ੍ਰਿੰਟ ਕਰਾਉਣਾ ਹੋਵੇ ਕੁਛ ਤਾਂ ਆਪਾਂ ਕੋਟ ਫਾਰਮੈਟ ਦਾ ਯੂਜ਼ ਕਰਦੇ ਹਾਂ। ਤਾਂ ਹੈ ਇਹ ਵੀ ਕਰੈਕਟਰ ਹੀ ਸੀ, ਕਰੈਕਟਰ ਵਾਲੀ ਵੀ ਜਿਹੜੀ ਇਹ ਫਾਰਮੈਟ, ਇਹ ਵੀ ਕਰੈਕਟਰ ਹੀ ਪ੍ਰਿੰਟ ਕਰਾਉਂਦਾ, ਇਹ ਵੀ ਕਰੈਕਟਰ ਹੀ ਪ੍ਰਿੰਟ ਕਰਾਉਂਦਾ, ਲੇਕਿਨ ਇਹਨੂੰ ਮੈਂ ਡਾਇਰੈਕਟ ਨਹੀਂ ਪ੍ਰਿੰਟ ਕਰਾ ਸਕਦੀ ਫਾਰਮੈਟ ਦੇ ਅੰਦਰ, ਇਹਨੂੰ ਮੈਨੂੰ ਅਲੱਗ ਤੋਂ ਦੇਣਾ ਪੈਂਦਾ। ਇਸ ਵਿੱਚ ਆਪਾਂ ਡਾਇਰੈਕਟ ਪ੍ਰਿੰਟ ਕਰਾ ਸਕਦੇ ਹਾਂ। ਸੋ ਇਹਨੂੰ ਤਾਂ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਕਰੈਕਟਰ ਵਾਲੀ ਜਿਹੜੀ ਆ ਪ੍ਰੋਗਰਾਮਿੰਗ 'ਚ ਘੱਟ ਯੂਜ਼ ਕਰਦੇ ਹਾਂ। ਸੋ ਇਹ ਹੈ ਤੁਹਾਡੇ ਕੋਲ ਫਾਰਮੈਟ ਸਪੈਸੀਫਿਕੇਸ਼ਨ, ਉਹਦਾ ਟੌਪਿਕ ਕਵਰ ਹੋ ਗਿਆ ਫਾਰਮੈਟ ਸਪੈਸੀਫਿਕੇਸ਼ਨ ਦਾ। ਔਰ ਇਹਦੇ ਵਿੱਚ ਆਪਾਂ I ਫਾਰਮੈਟ, F ਫਾਰਮੈਟ, W ਫਾਰਮੈਟ, IFE ਫਾਰਮੈਟ, X ਫਾਰਮੈਟ, ਦੈਨ ਆਪਾਂ ਕੀਤਾ ਵਾ ਸਲੈਸ਼ ਫਾਰਮੈਟ, ਦੈਨ A ਫਾਰਮੈਟ, ਦੈਨ ਕੋਡ ਫਾਰਮੈਟ, ਇੱਕ ਟੈਬ ਫਾਰਮੈਟ। ਤਾਂ ਇਹ ਸਾਰੇ ਫਾਰਮੈਟ ਕੀਤੇ 1 2 3 4 5 6 7 8, ਸ਼ਾਇਦ ਮੈਂ ਕੋਈ ਭੁੱਲ ਵੀ ਗਈ ਹੋਵਾਂ, 8 ਮੇਰਾ ਖਿਆਲ ਬਣਦੇ ਪਏ। ਤਾਂ ਇਹ ਤੁਹਾਨੂੰ ਲੌਂਗ ਕੁਐਸਚਨ ਦੇ ਵਿੱਚ ਆ ਜਾਂਦੇ ਕਿ ਫਾਰਮੈਟ ਸਪੈਸੀਫਿਕੇਸ਼ਨ ਦੱਸੋ। ਤੁਹਾਨੂੰ ਪਹਿਲਾਂ ਫਾਰਮੈਟ ਲਿਖਣੇ ਆਉਣੇ ਚਾਹੀਦੇ, ਤਾਂ ਹੀ ਤੁਸੀਂ ਇਨਪੁਟ ਆਊਟਪੁੱਟ ਸਟੇਟਮੈਂਟ ਦਾ ਯੂਜ਼ ਕਰ ਸਕਦੇ ਹੋ। ਹੁਣ ਇਹਨੂੰ ਤੁਸੀਂ ਯੂਜ਼ ਕਿਵੇਂ ਕਰਦੇ ਹੋ ਇਹਨੂੰ ਸਮਝ ਲਿੱਤਾ, ਪਰ ਆਪਾਂ ਰੀਡ ਰਾਈਟ 'ਚ ਕਿਵੇਂ ਯੂਜ਼ ਕਰਦੇ ਹਾਂ ਉਹ ਆਪਾਂ ਨੈਕਸਟ ਟੌਪਿਕ 'ਚ ਕਰਾਂਗੇ।